ਜੇ ਅੱਜ ਨਾ ਉੱਠੇ ਤਾਂ ਫਿਰ ਆਪਾਂ ਕਦੇ ਉੱਠ ਨਹੀਂ ਪਾਵਾਂਗੇ। ਇਸ ਕਰਕੇ ਮੇਰਾ ਇਹ ਫਰਜ਼ ਹੈ ਜੀ, ਪੰਜਾਬ ਦੀ ਧਰਤੀ ਦੇ ਪੁੱਤ ਹੋਣ ਦੇ ਨਾਤੇ ਮਿੱਟੀ ਦੀ ਗੱਲ ਕੀਤੀ ਮੰਗਲ ਜੀ ਨੇ, ਮੈਂ ਮਿੱਟੀ ਦੀ ਗੱਲ ਕਰਦਾ। ਅਸੀਂ ਸਾਰੇ ਮਿੱਟੀ ਪਿੱਛੇ ਭੱਜੇ ਫਿਰਦੇ ਹਾਂ। ਨਾ ਹੀ ਸਾਨੂੰ ਲੀਡਰਾਂ ਨਾਲ ਕੋਈ ਗੱਲ ਹੈ, ਨਾ ਸਾਨੂੰ ਪਾਰਟੀ ਨਾਲ ਕੋਈ ਗੱਲ ਹੈ। ਅਸੀਂ ਬਿਯੋਂਡ ਪੋਲੀਟਿਕਸ ਸੋਚਦੇ ਹਾਂ ਕਿ ਆਪਣਾ ਪੰਜਾਬ ਸੁਨਹਿਰਾ ਕਿਸਾ ਬਣਾਓ। ਇਹਨਾਂ ਲੋਕਾਂ ਦਾ ਬਿਲਕੁਲ ਇਤਬਾਰ ਨਹੀਂ ਕਰਦਾ। ਆਦ ਝੂਠ, ਜਗਾਦ ਝੂਠ, ਹੈ ਵੀ ਝੂਠ, ਰਹਿਣਾ ਵੀ ਝੂਠ। ਜਰਨੈਲ ਇਕੱਠੇ ਕਰਨੇ ਆ, ਐਸੇ ਮਰਜੀਵੜੇ ਬਣਾਉਣੇ ਆ ਜਿਹੜੇ ਧੀ ਭੈਣ ਦੀ ਇੱਜ਼ਤ ਲੁੱਟੀ ਜਾ ਰਹੀ ਹੈ ਨਾ ਕਿਤੇ, ਤੇ ਫਿਰ ਕੋਰਟਾਂ ਕਚਹਿਰੀਆਂ 'ਚ ਨਹੀਂ ਜਾਣਾ। ਉਹਦੇ ਫੈਸਲੇ ਆਪ ਕਰਾਂਗੇ, ਤੇ ਜੇ ਕੋਈ ਕਿਸੇ ਬੰਦੇ ਨਾਲ ਧੱਕਾ ਹੋ ਰਿਹਾ ਉਹਦੇ ਫੈਸਲੇ ਵੀ ਆਪ ਕਰਾਂਗੇ। ਸਰਕਾਰ ਨੇ ਆਪਦੇ ਹਿਸਾਬ ਨਾਲ ਜੋ ਕਹਿ ਰਹੇ ਹੈ ਕਿ ਉਹਨਾਂ ਨੇ ਕਿਸਾਨਾਂ ਦੇ ਭਲੇ ਵਾਸਤੇ ਕਾਨੂੰਨ ਲਿਆਂਦਾ ਹੈ। ਜੇ ਕਿਸਾਨਾਂ ਨੂੰ ਲੱਗ ਰਿਹਾ ਹੈ ਕਿ ਸਾਡਾ ਨੁਕਸਾਨ ਕਰੂਗਾ, ਜਾਂ ਤਾਂ ਉਹਨਾਂ ਨੂੰ ਸਮਝਾਉਂਦੇ ਪਹਿਲਾਂ, ਕਿਉਂਕਿ ਤੁਸੀਂ ਜੇ ਜੰਗਾਂ ਵੀ ਲੜ ਲੈਂਦੇ ਹੋ ਤਾਂ ਗੱਲ ਤਾਂ ਟੇਬਲ ਤੇ ਹੁੰਦੀ ਹੈ। ਸਾਰੇ ਬੰਦੇ ਕਿੰਨੇ ਸ਼ਹੀਦ ਹੋ ਜਾਂਦੇ, ਬਾਅਦ 'ਚ ਕ੍ਰਾਸ ਦੀ ਟੇਬਲ ਗੱਲ ਹੁੰਦੀ ਹੈ। ਜੇ ਸਿਆਸਤ ਦੇ ਵਿੱਚ ਚੰਗੇ ਲੋਕ ਆਉਣਗੇ, ਇਮਾਨਦਾਰ ਲੋਕ ਆਉਣਗੇ, ਜਿਨ੍ਹਾਂ ਦੀ ਕਮਿਟਮੈਂਟ ਹੋਊਗੀ, ਜਿਹਨੂੰ ਲੋਕ ਭੇਜਣਗੇ। ਹੁਣ ਤਾਂ ਲੋਕਾਂ ਦੇ ਥੋਪੇ ਜਾਂਦੇ ਆ ਨਾ, ਉਹਨੂੰ ਪੈਸਾ ਦਿੱਤਾ ਜਾਂਦਾ ਹੈਗਾ, ਟਿਕਟਾਂ ਵੇਚੀਆਂ ਜਾਂਦੀਆਂ, ਆਪਾਂ ਸਾਰੇ ਜਾਣਦੇ ਹਾਂ। ਇੱਕ ਚਪੜਾਸੀ ਤੋਂ ਲੈ ਕੇ ਇੱਕ ਮੁੱਖ ਮੰਤਰੀ ਤੱਕ ਦੀ ਤਨਖਾਹ ਹੈ, ਉਹ ਆਪਾਂ ਦਿੰਦੇ ਹਾਂ ਸਾਰੇ। ਤੁਸੀਂ ਵੀ ਉਹ ਸ਼ਾਮਲ ਹੋ, ਮੈਂ ਵੀ ਤੇ ਮੰਗਤਾ ਵੀ। ਜਿੰਨਾ ਚਿਰ ਲੋਕਾਂ ਦੀ ਇਹ ਗੱਲ ਸਮਝ ਨਹੀਂ ਆਉਂਦੀ, ਫਿਰ ਮਾਲਕ ਕੌਣ ਹੈ, ਤਨਖਾਹ ਦੇਣ ਵਾਲਾ ਜਾਂ ਤਨਖਾਹ ਲੈਣ ਵਾਲਾ? ਤੁਸੀਂ ਆਏ ਹੋ ਫਿਰੋਜ਼ਪੁਰ ਕਿਸਾਨਾਂ ਇਸ ਬਾਰੇ ਅੰਦੋਲਨ ਬਾਰੇ ਤੁਹਾਡਾ ਕੀ ਵਿਚਾਰ ਰੱਖੋ? ਮੇਰਾ ਖਿਆਲ ਤੁਸੀਂ ਮੰਗਲ ਜੀ ਨੂੰ ਸੁਣਿਆ, ਮੈਨੂੰ ਵੀ ਸੁਣਿਆ। ਕੋਈ ਵਿਚਾਰ ਐਡੀ ਧਾਰਾ ਹੈ ਨਹੀਂ, ਪਰ ਮੈਂ ਸਮਝਦਾ ਕਿ ਜੇ ਅੱਜ ਨਾ ਉੱਠੇ ਤਾਂ ਫਿਰ ਆਪਾਂ ਕਦੇ ਉੱਠ ਨਹੀਂ ਪਾਵਾਂਗੇ। ਇਸ ਕਰਕੇ ਮੇਰਾ ਇਹ ਫਰਜ਼ ਹੈ। ਮੰਗਲ ਜੀ ਮੇਰੇ ਨਾਲ ਤੁਰਿਆ। ਇੱਕ ਮੈਂ ਹਮੇਸ਼ਾ ਇਹਨਾਂ ਨੂੰ ਕਿਹਾ, ਕੋਹੀਨੂਰ ਆਫ ਇੰਡੀਆ, ਕੋਹੀਨੂਰ ਆਫ ਪੰਜਾਬ। ਇੱਕ ਕੱਲ੍ਹ ਮੈਂ ਇਹਨਾਂ ਨੂੰ ਖਿਤਾਬ ਦਿੱਤਾ ਸੀ ਜਦ ਵੀ ਇਹਨਾਂ ਨੂੰ ਮੈਂ ਸੁਣਿਆ। ਔਰ ਹਰ ਬੰਦੇ ਦਾ ਫਰਜ਼ ਬਣਦਾ ਹੈ ਜ਼ਿੰਦਗੀ 'ਚ ਕਿ ਉਹ ਬੰਦਿਆਂ ਨੂੰ ਨਾਲ ਲੈ ਕੇ ਚੱਲੇ ਜਿਹੜੇ ਬੰਦੇ ਉਸ ਚੀਜ਼ ਦੇ ਕਦਰਦਾਨ ਨੇ ਅਤੇ ਹੱਕਦਾਰ ਨੇ। ਮੈਂ ਸਮਝਦਾ ਮੰਗਲ ਢਿੱਲੋਂ ਜੀ ਵਰਗੇ ਬੰਦੇ ਸਾਡੇ ਨਾਲ, ਇਕਬਾਲ ਵਰਗੇ, ਹੋਰ ਟਿੱਕੇ ਹੋਣੀ, ਜਿੰਨੇ ਸਾਡੇ ਰਿੰਪੀ ਹੋਣੀ, ਇਹ ਉਹ ਬੰਦੇ ਨੇ ਜਿਹੜੇ ਬੰਦਿਆਂ ਨੂੰ ਮੈਂ ਜਰਨੈਲ ਬਣਾ ਕੇ, ਮੇਰੀ ਤਮੰਨਾ ਹੈ ਕਿ ਜਰਨੈਲ ਬਣਾ ਕੇ ਪੰਜਾਬ ਦੇ ਸਾਹਮਣੇ ਪੇਸ਼ ਕਰਨਾ, ਅਤੇ ਕੱਲ੍ਹ ਨੂੰ ਇਹਨਾਂ ਨੂੰ ਹੀ ਮੰਤਰੀ ਬਣਾਉਣਾ ਹੈ, ਇਹਨਾਂ ਨੂੰ ਹੀ ਨਾਲ ਲੈ ਕੇ ਚੱਲਣਾ, ਇੱਕ ਨਵਾਂ ਆਗਾਜ਼ ਕਰਨਾ। ਔਰ ਮੈਂ ਇਹ ਬਿਲੀਵ ਕਰਦਾ ਕਿ ਅਸੀਂ ਪੰਜਾਬ ਦੀ ਧਰਤੀ ਦੇ ਪੁੱਤ ਹੋਣ ਦੇ ਨਾਤੇ ਮਿੱਟੀ ਦੀ ਗੱਲ ਕੀਤੀ ਮੰਗਲ ਜੀ ਨੇ, ਮੈਂ ਮਿੱਟੀ ਦੀ ਗੱਲ ਕਰਦਾ। ਅਸੀਂ ਸਾਰੇ ਮਿੱਟੀ ਪਿੱਛੇ ਭੱਜੇ ਫਿਰਦੇ ਹਾਂ। ਉਹਨੂੰ ਇੱਕ ਨਵਾਂ ਸੂਰਜ ਚੜ੍ਹਾ ਕੇ ਦੇਣਾ। ਗੁਰੂ ਮਹਾਰਾਜ ਸਾਡੇ ਨਾਲ ਹੈ, ਰੱਬ ਸਾਡੇ ਨਾਲ ਹੈ। ਅਸੀਂ ਹੋਕਾ ਦਿੰਦੇ ਫਿਰਦੇ ਗਲੀ ਗਲੀ, ਹੈ ਨਾ। ਪੁਰਾਣੇ ਬੰਦੇ ਹੁੰਦੇ ਸੀਗੇ, ਹੋਕਾ ਦਿੰਦੇ ਸੀ, ਭਾਈ ਉੱਠੋ, ਭਾਈ ਜਪ ਲਓ, ਭਾਈ ਰੱਬ ਆ ਗਿਆ, ਭਾਈ ਗੁਰੂ ਨਾਨਕ ਆ ਗਿਆ, ਭਾਈ ਗੁਰੂ ਆ ਗਏ, ਕ੍ਰਿਸ਼ਨ ਮਹਾਰਾਜ ਆ ਗਏ, ਰਾਮਚੰਦਰ ਆ ਗਏ, ਉੱਠੋ ਭਾਈ। ਅਸੀਂ ਤਾਂ ਉਹ ਕਰਦੇ ਫਿਰਦੇ ਹਾਂ। ਔਰ ਜੋ ਇਹਨਾਂ ਨੇ ਟੈਕਨੀਕ ਬਣਾਈ ਹੈ, ਮੇਰਾ ਪੂਰਾ ਯਕੀਨ ਹੈ, ਸਾਡੇ ਸਾਰੇ ਬੰਦੇ ਨੂੰ ਪੂਰਾ ਯਕੀਨ ਹੈ ਕਿ ਜੇ ਆਪਾਂ ਇਹ ਕੰਮ ਕਰ ਲਿਆ, ਆਪਸ 'ਚ ਆਪਾਂ ਕੋਆਰਡੀਨੇਟ ਕਰ ਲਿਆ, ਆਪਣਾ ਡਾਟਾ ਬਣ ਗਿਆ, ਦੁਨੀਆ ਦੀ ਕੋਈ ਤਾਕਤ ਆਪਾਂ ਨੂੰ ਹਰਾ ਹੀ ਨਹੀਂ ਸਕਦੀ। ਔਰ ਜਿੰਨੀ ਛੇਤੀ ਕਰ ਲਾਂਗੇ ਉਹਨਾਂ ਕੀ ਇਸ ਦਾ ਸਿੱਧਾ ਮਤਲਬ ਇਹ ਹੈ ਕਿ ਯੋਗਰਾਜ ਜੀ ਤੇ ਔਰ ਮੰਗਲ ਢਿੱਲੋਂ ਜਿਹੜਾ ਇੱਕ ਰਾਜਨੀਤਿਕ ਪਾਰਟੀ ਬਣਾਉਣ ਜਾ ਰਹੇ, ਜਿਹੜਾ ਪੰਜਾਬ ਦੇ ਵਿੱਚ ਯੋਗਰਾਜ ਸਿੰਘ, ਮੰਗਲ ਢਿੱਲੋਂ ਐਂਡ ਮੈਨੀ ਸਾਰੇ ਹੀ, ਅਸੀਂ ਕੋਈ ਰਾਜਨੀਤੀ ਪਾਰਟੀ ਨਹੀਂ ਬਣਾਉਣ ਜਾ ਰਹੇ, ਅਸੀਂ ਕੋਈ ਰਾਜਨੀਤੀ ਕੰਮ ਨਹੀਂ ਕਰ ਰਹੇ। ਨਾ ਹੀ ਸਾਨੂੰ ਲੀਡਰਾਂ ਨਾਲ ਕੋਈ ਗੱਲ ਹੈ, ਨਾ ਸਾਨੂੰ ਪਾਰਟੀ ਨਾਲ ਕੋਈ ਗੱਲ ਹੈ। ਅਸੀਂ ਬਿਯੋਂਡ ਪੋਲੀਟਿਕਸ ਸੋਚਦੇ ਹਾਂ ਕਿ ਆਪਣਾ ਪੰਜਾਬ ਸੁਨਹਿਰਾ ਕਿਸਾ ਬਣਾਓ। ਤੁਸੀਂ ਕਿਵੇਂ ਦੇਖਦੇ ਹੋ 13 ਤਰੀਕ ਨੂੰ ਜਿਹੜਾ ਹੈ ਕਿਸਾਨਾਂ ਨੂੰ ਪੁੱਛਿਆ ਹੈਗਾ, ਉਹਦੇ ਚੋਂ ਹੱਲ ਨਿਕਲ ਕੇ ਸਾਹਮਣੇ ਆਏਗਾ ਕੋਈ? ਇਹ ਕਿਉਂ ਬੁਲਾਇਆ 13 ਤਰੀਕ ਨੂੰ? ਕਿਉਂਕਿ 26 ਤਰੀਕ ਨੂੰ ਕਿਹਾ ਸੀ ਕਿ ਇੱਥੋਂ 10 ਲੱਖ ਬੰਦਾ ਪੰਜਾਬ 'ਚੋਂ ਜਾਏਗਾ। ਲੜਨਾ ਨਹੀਂ। ਕੱਲ੍ਹ ਵੀ ਸਾਡੀ ਗੱਲ ਹੋਈ ਸੀ ਗੁਰਦਾਸਪੁਰ, ਵੀ ਜਿੱਥੇ ਉੱਥੇ ਬਹਿ ਜਾਣਾ, ਧਰਨਾ ਲਾ ਲੈਣਾ 2 ਦਿਨ 4 ਦਿਨ। ਇਹ ਹੁਣ ਮਕਸਦ ਇਹਦਾ ਥੋੜ੍ਹਾ ਜਿਹਾ ਹਿੱਲਿਆ, ਲੇਕਿਨ ਮੈਂ ਇਹਨਾਂ ਲੋਕਾਂ ਦਾ ਬਿਲਕੁਲ ਇਤਬਾਰ ਨਹੀਂ ਕਰਦਾ। ਆਦ ਝੂਠ, ਜਗਾਦ ਝੂਠ, ਹੈ ਵੀ ਝੂਠ, ਰਹਿਣਾ ਵੀ ਝੂਠ। ਇਹਨਾਂ ਵਾਸਤੇ ਇਹ ਲੋਕ ਜੰਮੇ ਝੂਠੇ ਨੇ, ਇਹਨਾਂ ਦੀ ਜੜ੍ਹਾਂ ਝੂਠੀਆਂ ਨੇ, ਔਰ ਇਹਨਾਂ ਦੀ ਆਉਣ ਵਾਲੀਆਂ ਨਸਲਾਂ ਵੀ ਝੂਠੀਆਂ ਨੇ। ਇਸ ਕਰਕੇ ਇਹਨਾਂ ਦੀ 13 ਤਰੀਕ ਕੀ ਕੋਈ ਗੱਲ ਤੇ ਇਤਬਾਰ ਨਹੀਂ। ਇਹ ਤਾਂ ਕਿੱਲਾ ਢੂਈ ਦੇ ਵਿੱਚ ਗੱਡਣਾ ਪੈਣਾ ਤਾਂ ਸੂਤਾ। ਜੀਵੜੇ ਨਾਲ ਤੋੜਨੇ ਨੇ ਜਿਹੜੇ ਇਹ ਕਹਿ ਸਕਣ ਵੀ ਲੈ ਹੁਣ ਤੂੰ ਮੰਤਰੀ ਜਿਹੜਾ ਨਾ ਆਪਦੀ ਪੂੰਜੀਪਤੀ ਇਕੱਠੀ ਕਰ, ਤੈਨੂੰ ਦੱਸਾਂਗੇ ਕਿਹੜੇ ਭਾਅ ਵਿਕਦੀ ਹੈ, ਤੂੰ ਕਰ ਲੈ ਰਿਸ਼ਵਤ, ਤੈਨੂੰ ਦੱਸਾਂਗੇ ਕਿਹੜੇ ਭਾਅ ਵਿਕਦੀ ਹੈ। ਇਹ ਚੀਜ਼ ਕਰਨੀ ਪੰਜਾਬ 'ਚ ਬਹੁਤ ਜ਼ਰੂਰੀ ਹੈ, ਜਿਹੜੀ ਮੈਂ ਮਿੱਥੀ ਹੋਈ ਹੈ। ਇੱਥੇ ਜਰਨੈਲ ਇਕੱਠੇ ਕਰਨੇ ਆ, ਐਸੇ ਮਰਜੀਵੜੇ ਬਣਾਉਣੇ ਆ ਜਿਹੜੇ ਧੀ ਭੈਣ ਦੀ ਇੱਜ਼ਤ ਲੁੱਟੀ ਜਾ ਰਹੀ ਹੈ ਨਾ ਕਿਤੇ, ਤੇ ਫਿਰ ਕੋਰਟਾਂ ਕਚਹਿਰੀਆਂ 'ਚ ਨਹੀਂ ਜਾਣਾ। ਉਹਦੇ ਫੈਸਲੇ ਆਪ ਕਰਾਂਗੇ, ਤੇ ਜੇ ਕੋਈ ਕਿਸੇ ਬੰਦੇ ਨਾਲ ਧੱਕਾ ਹੋ ਰਿਹਾ ਉਹਦੇ ਫੈਸਲੇ ਵੀ ਆਪ ਕਰਾਂਗੇ। ਇਸ ਤਰ੍ਹਾਂ ਹੀ ਹੋਣਾ ਚਾਹੀਦਾ। ਮੈਂ ਤੁਹਾਨੂੰ ਗੱਲ ਪੁੱਛਣਾ ਚਾਹੁੰਦਾ, ਭਾਜੀ ਬੋਲ ਰਹੇ ਸੀ,
ਮੈਂ ਦੁਬਈ ਦੇ ਵਿੱਚ ਸੀ, 7 ਬੰਦਿਆਂ ਨੇ ਕੁੜੀ ਰੇਪ ਕਰਤੀ, ਮੇਰੇ ਕੋਲ ਵੀਡੀਓ ਪਈ ਹੈ। ਉਹਨਾਂ ਨੂੰ ਜਾ ਕੇ ਜੰਗਲਾਂ 'ਚ ਸਿਰੋਂ ਤੇ ਵੱਢ ਤੇ ਸਿੱਟਿਆ ਤੇ ਜਾਨਵਰ ਖਾ ਗਏ। ਅੱਜ ਮੈਨੂੰ ਇਸ ਗੱਲ ਦਾ ਜਵਾਬ ਚਾਹੀਦਾ ਹੈ। ਤੁਹਾਡੀ ਧੀ ਭੈਣ ਸਾਡੀ ਸਾਰਿਆਂ ਦੀ, ਉਹਦਾ ਰੇਪ ਹੁੰਦਾ ਹੈ, ਉਹਦੀ ਇੱਕ FIR ਹੁੰਦੀ ਹੈ, ਉਹ ਫਿਰ ਜਾਂਦੀ ਕੋਰਟ ਕਚਹਿਰੀ 'ਚ, ਉੱਥੇ ਵਕੀਲ ਡੋਨੀ ਦਾ ਖੜਾ ਹੋ ਕੇ ਪੁੱਛਦਾ ਹੈ ਕਿ ਭਾਈ ਤੂੰ ਕੀ ਹੋਇਆ, ਤੇਰੇ ਕੱਪੜੇ ਕਿਵੇਂ ਲਾਏ, ਫਲਾਣਾ ਕਿ ਆਪਣੇ ਸਾਰੇ ਦੀ ਧੀਵਾ। ਇਹ ਫੈਸਲੇ ਕੋਰਟ ਕਚਹਿਰੀਆਂ 'ਚ ਨਹੀਂ ਹੋਣੇ ਚਾਹੀਦੇ। ਇਹ ਫੈਸਲੇ ਹਰੀ ਸਿੰਘ ਨਲੂਆ ਜਦ ਉਹਨੇ ਰਾਜ ਕੀਤਾ ਪਠਾਨਾਂ ਦੀ ਧਰਤੀ ਤੇ ਉਹ ਜਿਹੇ ਹੋਣੇ ਚਾਹੀਦੇ ਆ। ਜਿਹੜਾ ਚੋਰੀ ਕਰੇ ਉਹਦੇ ਹੱਥ ਵੜ ਦਿਓ, ਜਿਹੜਾ ਧੀ ਭੈਣ ਦੀ ਜ਼ਲੂਟੇ ਦਾ ਸਿਰ ਲਾ ਦਿਓ, ਕਿਉਂਕਿ ਜਦ ਤੱਕ ਇਹ ਕੰਮ ਨਹੀਂ ਹੋਊਗਾ ਤਦ ਤੱਕ ਸ਼ਾਂਤੀ ਨਹੀਂ ਹੋਣੀ। ਮੈਂ ਗੱਲ ਇੱਕ ਵਾਰੀ TV ਚੈਨਲ ਤੇ ਕੀਤੀ ਤਾਂ ਮੈਨੂੰ ਭਾਜੀ ਕਹਿੰਦੇ ਤੁਸੀਂ ਤਾਂ ਜੀ ਉਹ ਗੱਲ ਕਰਦੇ ਹੋ ਜੀ ਉਦੋਂ ਫਲਾਨਿਆਂ ਦੇ ਜੀ ਤੇ ਮੈਂ ਕਿਹਾ ਗੱਲ ਹੈ ਬਾਪੂ ਤੇਰੇ, ਮੈਂ ਕਿਹਾ ਪਈ ਨਹੀਂ, ਜਦੋਂ ਤੇਰੀ ਧੀ ਚੱਕੀ ਗਈ ਨਾ ਮੈਂ ਕਿਹਾ ਉਦੋਂ ਤੇਰੇ ਨਾਲ ਗੱਲ ਕਰੂੰਗਾ। ਇਸ ਕਰਕੇ ਆਪਾਂ ਨੂੰ ਇੱਕ ਦੂਜੇ ਨਾਲ ਅਹਿਸਾਸ ਕਰਨਾ ਬਹੁਤ ਜ਼ਰੂਰੀ ਹੈ। ਤੁਹਾਡੀ ਤਕਲੀਫ ਮੇਰੀ ਤਕਲੀਫ, ਇਹਨਾਂ ਦੀ ਤਕਲੀਫ ਮੇਰੀ ਤਕਲੀਫ, ਵੀ ਮਸਟ ਜੈਲ ਟੂਗੈਦਰ ਔਰ ਇੱਕ ਝੰਡੇ ਥੱਲੇ ਆਪੇ ਸਾਰੇ ਆ ਜਾਵਾਂਗੇ, ਜਿੱਥੇ ਕੋਈ ਧਰਮ ਨਹੀਂ, ਕੋਈ ਊਚ ਨੀਚ ਨਹੀਂ, ਕੁਛ ਨਹੀਂ, ਸਾਰੇ ਆਪਣੇ ਸੱਜਣ ਨੇ। ਆਫਟਰ ਆਲ ਪੰਜਾਬ ਇੱਕੋ ਸਟੇਟ ਰਹੀ ਹੈ ਜਿੱਥੇ ਕਦੇ ਧਰਮ ਦਾ ਰੌਲਾ ਨਹੀਂ ਪਿਆ, ਕਦੇ ਊਚ ਨੀਚ ਨਹੀਂ ਸਮਝੀ। ਆਪਾਂ ਜਿਹੜਾ ਰਿਕਸ਼ਾ ਚਲਾਉਂਦਾ ਉਹਨੂੰ ਵੀ ਜੱਫੀ ਪਾ ਲੈਂਦੇ, ਜਿਹੜਾ ਰੂੜੀ ਚੱਕਦਾ ਉਹਨੂੰ ਵੀ ਜੱਫੀ ਪਾ ਲੈਂਦੇ, ਜਿਹੜਾ ਉੱਥੇ ਵਿਚਾਰਾ ਬਣਾ ਰਿਹਾ ਬਿਲਡਿੰਗ ਉਹਨੂੰ ਵੀ ਜੱਫੀ ਪਾ ਲੈਂਦੇ, ਕਿਉਂਕਿ ਸਾਨੂੰ ਪਤਾ ਲੈ ਭਾਈ ਰੋਟੀ ਖਾ ਲੈ। ਮੈਂ ਤਾਂ ਇੱਕ ਗੱਲ ਕਹਿਣੀ ਭੁੱਲ ਗਿਆ, ਅੱਜ ਮੈਂ ਤੁਹਾਨੂੰ ਹੁਣ ਕਹਿਣਾ ਚਾਹੁੰਦਾ। ਕਿਸਾਨਾਂ ਨੇ ਖੁਦਕੁਸ਼ੀਆਂ ਕਰ ਲਈਆਂ। ਕੋਈ ਐਸਾ ਬੰਦਾ ਹੈ ਇੱਥੇ ਉੱਠ ਕੇ ਮੈਨੂੰ ਦੱਸੇ ਜਿਨ੍ਹਾਂ ਨੇ ਉਹਦੇ ਬੱਚਿਆਂ ਨੂੰ ਸੰਭਾਲਿਆ, ਉਹਨਾਂ ਦੇ ਘਰਦਿਆਂ ਨੂੰ ਰੋਟੀ ਦਿੱਤੀ। ਸਾਡੇ ਸ਼ਹੀਦ ਬੰਦੇ ਜਿਹੜੇ ਸਾਡੇ ਪਿੱਛੇ ਸ਼ਹੀਦ ਹੋਏ ਸਾਰੀ ਕੌਮ ਦੇ, ਉਹਨਾਂ ਦੇ ਬੱਚਿਆਂ ਦੇ ਚੁੱਲ੍ਹਿਆਂ ਦੇ ਵਿੱਚ ਘਾਹ ਉੱਗ ਗਿਆ, ਨਿਆਣੇ ਮਰ ਗਏ, ਵੱਢ ਵਡੇਰਿਆਂ ਨੇ 72 ਜ਼ਿੰਦਗੀ ਬਤੀਤ ਕੀਤੀ, ਲੇਕਿਨ ਅਸੀਂ ਜਾ ਕੇ ਕਿਸੇ ਇੱਕ ਟੱਬਰ ਨੂੰ ਨਹੀਂ ਸੰਭਾਲਿਆ। ਜਿੱਦਣ ਆਪਣੇ ਵਿੱਚ ਉਹੀ ਗੁਰੂ ਨਾਨਕ ਦੇਵ ਜੀ ਦੀ, ਕ੍ਰਿਸ਼ਨ ਮਹਾਰਾਜ ਦੀ, ਰਾਮਚੰਦਰ ਜੀ ਸਭ ਦੀਆਂ ਗੱਲਾਂ ਕਹੀਆਂ, ਇਹ ਆਪਣੇ ਜ਼ਿਹਨ 'ਚ ਦਿਲਾਂ 'ਚ ਤਾਰ ਵੱਜੂਗੀ ਕਿ ਆਪਾਂ ਸਭ ਨੂੰ ਇਕੱਠੇ ਲੈ ਕੇ ਚੱਲਣਾ। ਤੁਹਾਡਾ ਦੁੱਖ ਮੇਰਾ ਦੁੱਖ, ਉਹਦਾ ਸੱਜਣ ਮੇਰਾ ਸੱਜਣ, ਇਹ ਆਪਾਂ ਸਾਰੇ ਇਕੱਠੇ ਜੇ ਬੁੱਕਲ 'ਚ ਚੱਲਾਂਗੇ ਤੇ ਤੁਸੀਂ ਦੇਖਿਓ ਫਿਰ ਇਹ ਸਾਡੀਆਂ ਗੱਲਾਂ ਮੰਨਿਆ ਕਰਨਗੇ, ਆਪਾਂ ਇਹਨਾਂ ਦੀ ਗੱਲਾਂ ਨਹੀਂ ਮੰਨਣਗੇ। ਇਹਨਾਂ ਨੇ ਸਰ ਰੂਲ ਲਿਆਉਣਾ ਚਾਹੀਦਾ ਹੈ। ਜੇ ਦੁਬਈ 'ਚ ਹੋ ਸਕਦਾ ਹੈ, ਬਾਹਰ ਹੋ ਸਕਦਾ ਹੈ, ਅਮਰੀਕਾ 'ਚ ਹੋ ਸਕਦਾ, ਸਾਡੇ ਕਿਉਂ ਨਹੀਂ ਹੋ ਸਕਦਾ? ਇੱਕ ਲਾਲ ਬੱਤੀ ਜਦ ਜਲਦੀ ਹੈ ਨਾ ਤਾਂ ਟੂ ਕਰਦੀ ਗੱਡੀ ਨਿਕਲ ਜਾਂਦੀ ਹੈ ਤੇ ਤੁਸੀਂ ਤਾਂ ਮੈਂ ਜਾਈਏ ਤੇ ਚਲਾਨ ਹੋ ਜਾਂਦਾ। ਕਿਉਂ ਬਈ? ਸੋ ਮੇਰਾ ਕਹਿਣ ਦਾ ਮਤਲਬ ਫੇਅਰ ਐਂਡ ਡੇਅਰ ਹੋਣਾ ਚਾਹੀਦਾ। ਤੁਸੀਂ ਸਾਰੇ ਕੋਰਟਾਂ ਦੇ ਵਿੱਚ ਧੱਕੇ ਖਾ ਰਹੇ ਹੋ, ਕਦੇ FIR ਕੱਟ ਰਹੀਆਂ, ਕਦੇ ਪੁਲਿਸ ਵਾਲਾ, ਕਦੇ ਉਹ ਰਿਸ਼ਵਤ ਖਾ ਰਹੇ ਹੋ, ਖਾ ਰਿਹਾ। ਜਦ ਨੂੰ ਬੰਦਾ ਕੋਰਟ ਕਚਹਿਰੀ 'ਚੋਂ ਬਾਹਰ ਆਉਂਦਾ ਨਾ, ਉਹਦੇ ਵਿਚਾਰੇ ਦੇ ਕੱਲਾ ਕੱਛਾ ਹੀ ਰਹਿੰਦਾ ਫਰੰਟ ਵਾਲਾ। ਸੋ ਮੈਂ ਸਮਝਦਾ ਇਹੋ ਜਿਹੇ ਰੂਲਸ ਆਉਣੇ ਚਾਹੀਦੇ ਆ, ਔਰ ਇਹੋ ਜਿਹੇ ਰੂਲ ਦੇ ਬਗੈਰ ਇਸ ਦੇਸ਼ ਦੀ ਗਤੀ ਹੋ ਨਹੀਂ ਸਕਦੀ। ਚਲੋ ਜੀ, ਤੁਹਾਡੇ ਕੀ ਵਿਚਾਰ? ਦੇਖੋ ਜੀ, ਮੈਂ ਪਹਿਲਾਂ ਵੀ ਬੋਲ ਚੁੱਕਿਆ ਹੈਗਾ ਤੇ ਉਹਦੇ ਵਿੱਚ ਉਹੀ ਹੈ ਗੱਲ ਕਿ 36 ਸਾਲ ਬਾਅਦ ਇੱਕ ਲੋਕ ਲਹਿਰ ਉੱਠੀ ਹੈ, ਔਰ ਉਹ ਵੀ ਉਦੋਂ ਉੱਠੀ ਜਦੋਂ ਉਹਨੂੰ ਲੱਗਿਆ ਵੀ ਪਾਣੀ ਗਲ ਤੱਕ ਆ ਗਿਆ। ਕਰੋਨਾ ਦਾ ਡਰ ਪੈਦਾ ਕੀਤਾ ਗਿਆ ਸੀ, ਉਹਨੇ ਕਰੋਨਾ ਦਾ ਪਤਾ ਨਹੀਂ ਮਾਰੂਗਾ ਕਦੋਂ ਮਾਰੂਗਾ, ਪਰ ਹੁਣ ਤਾਂ ਮਰੇ ਮਰੇ ਆ। ਸਾਰੇ ਕਿਸਾਨ ਉੱਠੇ ਆ, ਉਹਨਾਂ ਨਾਲ ਤੇ ਸਾਰੇ ਕਲਾਕਾਰ, ਗਾਇਕ ਕਲਾਕਾਰ, ਬੁੱਧਜੀਵੀ ਵੀ ਆ ਰਹੇ ਆ। ਸਰਕਾਰ ਨੇ ਆਪਦੇ ਹਿਸਾਬ ਨਾਲ ਜੋ ਕਹਿ ਰਹੇ ਆ ਕਿ ਉਹਨਾਂ ਨੇ ਕਿਸਾਨਾਂ ਦੇ ਭਲੇ ਵਾਸਤੇ ਕਾਨੂੰਨ ਲਿਆਂਦਾ ਹੈ। ਜੇ ਕਿਸਾਨਾਂ ਨੂੰ ਲੱਗ ਰਿਹਾ ਹੈ ਕਿ ਸਾਡਾ ਨੁਕਸਾਨ ਕਰੂਗਾ, ਜਾਂ ਤਾਂ ਉਹਨਾਂ ਨੂੰ ਸਮਝਾਉਂਦੇ, ਪਹਿਲਾਂ ਉਹਨਾਂ ਨਾਲ ਸੈਮੀਨਾਰ ਕਰਦੇ, ਐਕਸਪਲੇਨ ਕਰਦੇ, ਤੇ ਜਿਹੜੇ ਕਿਸਾਨਾਂ ਦੇ ਸਵਾਲ ਸੀ ਉਹਨਾਂ ਨੂੰ ਸੈਟਿਸਫਾਈ ਕਰਦੇ। ਜਿਸ ਤਰੀਕੇ ਨਾਲ ਇਹ ਕਾਨੂੰਨ ਬਣਾਇਆ ਗਿਆ, ਬਿੱਲ ਪਾਸ ਕੀਤਾ ਗਿਆ, ਆਪਾਂ ਸਾਰੇ ਜਾਣਦੇ ਹਾਂ। ਇਸ ਕਰਕੇ ਕਿਸਾਨਾਂ ਦਾ ਸ਼ੱਕ ਕਰਨਾ ਸੁਭਾਵਿਕ ਔਰ ਜਾਇਜ਼ ਹੈ। ਹੁਣ ਜੇ ਉਹ 13 ਤਰੀਕ ਇਹਨਾਂ ਨੂੰ ਸੱਦ ਰਹੇ ਆ, ਜਿਵੇਂ ਪਹਿਲਾਂ ਵੀ ਕਿਸਾਨ ਗਏ ਸੀਗੇ, ਮੈਂ ਕਿਸਾਨ ਭਰਾਵਾਂ ਅੱਗੇ ਬੇਨਤੀ ਕਰਦਾ ਹੈਗਾ, ਦੇਖੋ ਬਿੱਲੀ ਲੱਖ ਮਾਸੀ ਬਣੇ, ਚੂਹਾ ਆਪਦਾ ਰਿਸ਼ਤਾ ਜਾਣਦਾ, ਠੀਕ ਹੈ। ਉਹਨਾਂ ਦੇ ਕੋਲੇ ਦਿਮਾਗ ਹੈ, ਉਹਨਾਂ ਦੇ ਕੋਲੇ ਇੰਟੈਲੀਜੈਂਟ ਬੰਦੇ ਹੈ, ਪਾਲਿਸੀ ਮੇਕਰਸ ਹੈਗੇ ਹੈ। ਅੱਛੀ ਗੱਲ ਹੈ ਸਰਕਾਰ ਨੇ ਉਹਨਾਂ ਨੂੰ ਸੱਦਿਆ, ਕਿਉਂਕਿ ਤੁਸੀਂ ਜੇ ਜੰਗਾਂ ਵੀ ਲੜ ਲੈਂਦੇ ਹੋ ਤਾਂ ਗੱਲ ਤਾਂ ਟੇਬਲ ਤੇ ਹੁੰਦੀ ਹੈ। ਸਾਰੇ ਬੰਦੇ ਕਿੰਨੇ ਸ਼ਹੀਦ ਹੋ ਜਾਂਦੇ, ਬਾਅਦ 'ਚ ਕ੍ਰਾਸ ਦੀ ਟੇਬਲ ਗੱਲ ਹੁੰਦੀ ਹੈ। ਇਹ ਮੈਂ ਸਮਝਦਾ ਕਿ ਸਰਕਾਰ ਦੀ ਅਕਲਮੰਦੀ ਕਿ ਸੱਦ ਰਹੇ ਆ, ਪਰ ਇੱਥੇ ਕਿਸਾਨਾਂ ਦੀ ਅਕਲਮੰਦੀ ਹੋਊਗੀ ਕਿ ਆਪਣੇ ਕੁਝ ਵਿਦਵਾਨ ਬੰਦਿਆਂ ਨਾਲ ਡਿਸਕਸ ਕਰਕੇ ਟੂ ਦੀ ਪੁਆਇੰਟ ਗੱਲ ਕਰਨ। ਜਿਵੇਂ ਪਿਛਲੀ ਵਾਰੀ ਗਏ ਸੀ ਉੱਥੇ, ਤੇ ਜਿਹੜੇ ਬੰਦੇ ਨਾਲ ਸੀ ਉਹਨਾਂ ਨੇ ਮੈਨੂੰ ਦੱਸਿਆ, ਮੈਂ ਬੜਾ ਹੈਰਾਨ ਹੋਇਆ। ਉਹ ਕਹਿੰਦੇ ਬਿੱਲਾਂ 'ਤੇ ਤਾਂ ਗੱਲ ਹੀ ਨਹੀਂ ਹੋਈ। ਰੌਲਾ ਇਸ ਗੱਲ 'ਤੇ ਪੈ ਗਿਆ 3 ਵਾਰੀ ਵੀ ਉਹਨਾਂ ਦੇ ਕਿਸੇ ਲੀਡਰ ਨੇ ਇਹ ਕਿਉਂ ਕਿਹਾ ਵੀ ਆਉਣਗੇ ਟਰਾਲੀਆਂ 'ਤੇ, ਜਾਣਗੇ ਸਟੈਚਰਾਂ 'ਤੇ। ਉਹ ਫਿਰ ਰੌਲਾ ਪੈਣ ਲੱਗਾ, ਜਿਹੜਾ ਸੈਕਟਰੀ ਸੀ ਉਹ ਕਹਿੰਦਾ ਵੀ ਮੈਂ ਨੇਤਾ ਨਹੀਂ ਗਾ, ਮੈਂ ਤਾਂ ਬਿਊਰੋਕਰੈਟ ਹੈ, ਤੁਸੀਂ ਮੇਰੇ ਨਾਲ ਬਿੱਲਾਂ ਬਾਰੇ ਗੱਲ ਕਰੋ, ਕੀ ਸਮਝਣਾ ਚਾਹੋ, ਤੁਹਾਨੂੰ ਕੀ ਗੜਬੜ ਲੱਗਦਾ। ਫਿਰ ਗੱਲ ਤੁਰੀ, ਉਸ ਤੋਂ ਬਾਅਦ ਫਿਰ ਕਿਹਨੇ ਛੇੜਤੀ, ਉਹ ਤੀਜੀ ਵਾਰੀ ਜ਼ਿੰਦਾਬਾਦ ਮੁਰਦਾਬਾਦ ਕਰਕੇ ਉੱਥੋਂ ਆ ਗਏ। ਹੁਣ ਇਹ ਸੱਚ ਕੀ ਹੈ ਉਹ ਜਾਣਦੇ ਹੋਣਗੇ, ਪਰ ਮੈਨੂੰ ਜਿਹੜਾ ਬੰਦਾ ਨਾਲ ਸੀ ਉਹ ਤੋਂ ਪਤਾ ਲੱਗਿਆ। ਸੋ ਤਿਆਰੀ ਕਰਕੇ ਜਾਣ, ਔਰ ਅਸੀਂ ਇਹ ਕੋਸ਼ਿਸ਼ ਕਰਦੇ ਫਿਰਦੇ ਹਾਂ, ਜਿਵੇਂ ਤੁਸੀਂ ਪੁੱਛ ਰਹੇ ਸੀ ਯੋਗ ਜੀ ਨੂੰ ਵੀ ਅਸੀਂ ਆਪਦੀ ਪੋਲੀਟੀਕਲ ਪਾਰਟੀ ਬਣਾਉਣ ਦੀ ਸੋਚ ਰਹੇ ਨਹੀਂ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਆਮ ਤੌਰ 'ਤੇ ਜਦੋਂ ਕਿਸਾਨ ਜਥੇਬੰਦੀਆਂ ਨਾਲ ਗੱਲ ਹੁੰਦੀ ਹੈ ਤੇ ਸਾਰੇ ਅਸੀਂ ਵੀ ਇਹ ਕਹਿੰਦੇ ਸੀ ਨਹੀਂ ਅਸੀਂ ਸਿਆਸਤ ਨਹੀਂ ਜਾਣਾ, ਇਸ ਕਰਕੇ ਆ ਬੇੜਾ ਗਰਕ ਹੋ ਗਿਆ। ਸਿਆਸਤ ਨਹੀਂ ਤਾਂ ਬੇੜਾ ਗਰਕ ਕੀਤਾ, ਕਿਉਂਕਿ ਸਿਆਸਤ ਚੰਗੇ ਲੋਕਾਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਨਹੀਂ ਹੋਈ। ਜੇ ਸਿਆਸਤ ਦੇ ਵਿੱਚ ਚੰਗੇ ਲੋਕ ਆਉਣਗੇ, ਇਮਾਨਦਾਰ ਲੋਕ ਆਉਣਗੇ,
ਜਿਨ੍ਹਾਂ ਦੀ ਕਮਿਟਮੈਂਟ ਹੋਊਗੀ, ਜਿਹਨੂੰ ਲੋਕ ਭੇਜਣਗੇ। ਹੁਣ ਤਾਂ ਲੋਕਾਂ ਦੇ ਥੋਪੇ ਜਾਂਦੇ ਆ ਨਾ, ਉਹਨੂੰ ਪੈਸਾ ਦਿੱਤਾ ਜਾਂਦਾ ਹੈਗਾ, ਟਿਕਟਾਂ ਵੇਚੀਆਂ ਜਾਂਦੀਆਂ, ਆਪਾਂ ਸਾਰੇ ਜਾਣਦੇ ਹਾਂ। ਹੁਣ ਜਿਹੜਾ ਬੰਦਾ ਕਰੋੜਾਂ ਰੁਪਈਆ ਲਾ ਕੇ ਇਲੈਕਸ਼ਨ ਲੜਦਾ ਹੈਗਾ, ਉਹ ਕੰਮ ਕਿਵੇਂ ਕਰੂਗਾ? ਔਰ ਮੈਂ ਲੋਕਾਂ ਨੂੰ ਅਕਸਰ ਕਹਿੰਦਾ ਹੁੰਦਾ ਕਿ ਵੀ ਤੁਸੀਂ ਜ਼ਿੰਮੇਦਾਰ ਹੋ, ਜੋ ਤੁਸੀਂ ਇੱਕ ਸ਼ਰਾਬ ਦੀ ਬੋਤਲ ਪਿੱਛੇ 1000 ਰੁਪਏ ਪਿੱਛੇ ਆਪਣੀ ਵੋਟ ਵੇਚਦੀ ਹੈ ਜਾਂ 2000 ਪਿੱਛੇ ਵੇਚਦੀ ਹੈ, ਤੇ ਨਿਸ਼ਚਿਤ ਰੂਪ ਨਾਲ ਤੁਸੀਂ ਉਹਨਾਂ ਨੂੰ ਤਾਂ ਆਪਦਾ ਸ਼ਿਕਾਇਤ ਕਰਨ ਦਾ ਅਧਿਕਾਰ ਵੀ ਗਵਾਤਾ, ਕਿ ਕਰਪਟ ਪਹਿਲਾਂ ਤੁਸੀਂ ਹੋ, ਤੁਸੀਂ ਬੇਈਮਾਨੀ ਕੀਤੀ ਨਾ। ਉਹ ਕਹਿੰਦੇ ਇਹ ਧੰਦਾ ਕੀਤਾ, ਅਸੀਂ ਫਿਰ ਵੋਟਾਂ ਖਰੀਦ ਕੇ ਜਿੱਤ ਜਾਂਗੇ। ਸੋ ਸਾਡੀ ਕੋਸ਼ਿਸ਼ ਇਹ ਹੈਗੀ ਆ, ਹੋਕਾ ਦੇ ਨਾਲ ਹੀ ਹੈਗੀ ਹੈ ਕਿ ਭਾਈ ਇੰਨੀਆਂ ਲਹਿਰਾਂ ਉੱਠੀਆਂ ਪੰਜਾਬ ਦੇ ਵਿੱਚ, ਆਪਾਂ ਖੱਟਿਆ ਕਿ ਆਪਣਾ ਨੁਕਸਾਨ ਹੋਇਆ ਹੈ, ਹੁਣ ਅਸੀਂ ਸੂਤਰਪਾਤ ਕਰਨੀ, ਸਾਡਾ ਕੰਮ ਤਾਂ ਸੂਤਰਧਾਰ ਦਾ ਹੈ। ਜਿਹਨੇ ਮੇਰਾ ਬਿਲਕੁਲ ਸਿਆਸਤ ਦੇ ਵਿੱਚ ਇੰਟਰਸਟ ਨਹੀਂਗਾ, ਅਸੀਂ ਇੱਕ ਮਤਲਬ ਜਿੱਥੇ ਜਾਂਦੇ ਹਾਂ ਕਿ ਭਾਈ ਆਈਡੀਆ, ਮੈਂ ਯੂਨੀਵਰਸਿਟੀ ਦਾ ਮਕਸਦ ਕਹਿੰਦਾ ਮੈਂ ਯੂਨੀਵਰਸਿਟੀ ਦਾ ਟੌਪਰ ਹੈ, ਮੇਰੇ ਕੋਲ ਕੁਝ ਆਈਡੀਆਜ਼ ਹੈ, ਮੈਂ ਸੋਚਦਾ ਰਹਿਣਾ। ਸਿੱਖ ਇਤਿਹਾਸ ਦੀਆਂ ਸਾਰੀਆਂ ਫਿਲਮਾਂ ਬਣਾਈਆਂ, ਹੁਣ ਵੀ ਆਪਦੇ ਚੈਨਲ ਜ਼ਰੀਏ ਮੈਂ ਰੱਬ ਨਾਲ ਲੋਕਾਂ ਨੂੰ ਜੋੜਦਾ। ਮੈਂ ਐਲਾਨੀਆਂ ਕਹਿੰਦਾ ਕਿ ਭਾਈ ਰੱਬ ਹੈਗਾ, ਮੇਰੇ ਨਾਲ ਗੱਲ ਹੋਈ ਹੈ, ਮੈਂ ਪ੍ਰਮਾਣ ਵੀ ਦੇਵਾਂਗਾ, ਰੱਬ ਨਾਲ ਮੇਰੀਆਂ ਗੱਲਾਂ ਅੰਗਰੇਜ਼ੀ, ਪੰਜਾਬੀ, ਹਿੰਦੀ 'ਚ ਮਾਈ ਕਨਵਰਸੇਸ਼ਨ ਵਿਦ ਗੋਡ। ਮੈਂ ਤਾਂ ਉਸ ਕੰਮ ਦੇ ਵਿੱਚ ਆਨੰਦ ਲੈਣਾ, ਪਰ ਆਹ ਮਜਬੂਰੀ ਦੇ ਵਿੱਚ ਨਿਕਲਿਆ ਕਿ ਯਾਰ ਆਪਾਂ ਇੱਥੇ ਬੈਠੇ ਸਤਸੰਗ ਕਰੀ ਜਾਂਦੇ ਆ ਤੇ ਪੰਜਾਬ ਦਾ ਕੁੰਡਾ ਹੋਈ ਜਾਂਦਾ ਹੈਗਾ, ਕਿਸਾਨ ਸਾਡੇ ਸੜਕਾਂ ਤੇ ਬੈਠੇ, ਉਹਨਾਂ ਦੇ ਡਾਂਗਾਂ ਪਈ ਜਾਂਦੀਆਂ ਹੈਗੀਆਂ। ਇਸ ਕਰਕੇ ਮਜਬੂਰੀ 'ਚ ਨਿਕਲਿਆ ਕਿ ਚਲੋ ਆਪਾਂ ਕੋਸ਼ਿਸ਼ ਕਰੀਏ। ਪਹਿਲਾਂ ਸੋਚਿਆ, ਇਹਨਾਂ ਨੇ ਜਦੋਂ ਮੈਨੂੰ ਸੰਪਰਕ ਕੀਤਾ, ਉਦੋਂ ਪਹਿਲਾਂ ਮੈਂ ਆਪਦੀਆਂ ਪਲੈਨਿੰਗਾਂ ਕਰਕੇ YouTube ਤੇ ਆਪਦੇ ਚੈਨਲ ਤੇ ਮੰਗਲ ਢਿੱਲੋਂ ਤੇ ਪਾ ਚੁੱਕਿਆ। ਕੋਈ ਬੰਦਾ ਜਾ ਕੇ ਵੇਖ ਲੇ, ਉਹਦੇ ਦਿਮਾਗ ਦੇ ਸਵਾਲ ਹੈ, ਮੈਂ ਉਸ ਰੱਬ ਤੋਂ ਡਰ ਕੇ ਕਹਿੰਦਾ ਮੈਨੂੰ ਕੁਝ ਨਹੀਂ ਆਉਂਦਾ, ਮੈਨੂੰ ਪੁੱਛੇ ਜਵਾਬ ਆਊਗਾ। ਇਹ ਮੈਨੂੰ ਕੌਨਫੀਡੈਂਸ ਹੈ ਕਿ ਕੱਟਾ ਕਿੱਲੇ ਦੇ ਜ਼ੋਰ ਤੇ ਤਿੰਗਦਾ। ਸੋ ਵੀ ਹੈਵ ਅ ਪਲਾਨ ਕਿ ਪੰਜਾਬ ਦੇ ਸਾਰੇ ਲੋਕਾਂ ਨੂੰ ਜੋੜ ਦਿੱਤਾ ਜਾਵੇ, ਚੈਨਲਾਈਜ਼ ਕੀਤਾ ਜਾਵੇ, ਜਿਹੜੀਆਂ ਜਥੇਬੰਦੀਆਂ ਉਹਨਾਂ ਨੂੰ ਜੋੜ ਦਿੱਤਾ ਜਾਵੇ, ਤਾਂ ਕਿ ਇੱਕ ਸਿਸਟਮ ਬਣ ਜੇ, ਇੱਕ ਸੈਂਟਰਲ ਡਾਟਾ ਪੂਲ ਉਹਦਾ ਦਾ ਬਣੇ, ਬੈਂਕ ਬਣੇ, ਜਿਹਦੇ ਵਿੱਚੋਂ ਜਿੰਨੀਆਂ ਜਥੇਬੰਦੀਆਂ, ਜਿਹੜੇ ਇਮਾਨਦਾਰ ਬੰਦੇ ਮੋਢੀ ਹੈ, ਉਹਨਾਂ ਨੂੰ ਵਿੱਚ ਮੈਂਬਰ ਬਣਾਇਆ ਜਾਵੇ। ਕੁਝ ਇੰਟੈਲੈਕਚੁਅਲ, ਕੁਝ ਕਲਾਕਾਰ, ਕੁਝ ਗਾਇਕ ਕਲਾਕਾਰ, ਉਹ ਸਾਰੇ ਕੁਝ ਕ੍ਰਿਸ਼ੀ ਵਿਗਿਆਨੀ ਜਿਨ੍ਹਾਂ ਦਾ ਬੇਦਾਗ ਕੈਰੀਅਰ ਹੈ, ਉਹਨਾਂ ਨੂੰ ਇਕੱਠੇ ਕਰਕੇ ਸਿਰ ਜੋੜ ਕੇ ਰਹਿ ਕਰਕੇ ਇਹਨਾਂ ਨੂੰ ਗਾਈਡ ਕੀਤਾ ਜਾਵੇ। ਲੜਦਾ ਇਹਨਾਂ ਨਹੀਂ ਹੈ, ਅਸੀਂ ਕੀ ਕਰਨਾ, ਇਹ ਤਾਂ ਰਹਿ ਦੇਣੀ ਹੈ। ਇਹ ਆਪਦੀ ਸਰਕਾਰ ਬਣਾਉਣ, ਇਹ ਚੱਲਣ, ਇਹ ਆਪਦੇ ਕੈਂਡੀਡੇਟ ਦੇਣ, ਉਹਨੂੰ ਜਿਤਾਉਣ, ਪਰ ਅਸੀਂ ਉਹਨਾਂ ਨੂੰ ਜੁਗਤ ਦੱਸ ਸਕਦੇ ਹਾਂ। ਇਹ ਮੈਂ ਕਿਸੇ ਵੀ ਸਿਆਸਤਦਾਨ ਨਾਲ ਜਿਹੜਾ ਮਰਜ਼ੀ ਆ ਜਾਏ, ਮੈਂ ਚੈਲੰਜ ਕਰਦਾ ਹੈਗਾ ਕਿ ਅੱਜ ਅਸੀਂ ਕਰ ਲਿਆ, ਆ ਜਾਓ ਮੈਦਾਨ 'ਚ ਆਓ, ਕਿਉਂਕਿ ਲੋਕਾਂ ਰਾਹੀਂ, ਲੋਕਾਂ ਦੁਆਰਾ, ਲੋਕਾਂ ਵਾਸਤੇ ਲੋਕਤੰਤਰ, ਮਾਲਕ ਲੋਕ ਹੈ, ਲੋਕਾਂ ਨੂੰ ਪਤਾ ਹੀ ਨਹੀਂ। ਅੰਨਾ ਨੇ ਉਦੋਂ ਕਿਹਾ ਸੀ, ਬਾਅਦ 'ਚ ਪਤਾ ਲੱਗਿਆ ਉਹ ਬੰਦਾ ਗਲਤ ਨਿਕਲਿਆ। ਠੀਕ ਹੈ, ਉਹ ਤਾਂ ਉਹਨੂੰ ਕਾਂਗਰਸ ਵਿੱਚ ਕਰਪਸ਼ਨ ਦਿਸਦੀ ਸੀ, ਹੁਣ ਉਹਨੂੰ ਕੋਈ ਕਰਪਸ਼ਨ ਨਹੀਂ ਦਿਸਦੀ, ਹੁਣ ਉਹਨੂੰ ਬੋਲਣਾ ਬੰਦ ਹੋ ਗਿਆ, ਬੋਲਦਾ ਨਹੀਂ। ਦੇਖੋ ਆ ਕਰੋਨਾ ਆਇਆ, 1.5 ਮਹੀਨਾ ਲਾਕਡਾਊਨ ਰਿਹਾ, ਮੈਂ ਆਪਦੇ ਚੈਨਲ ਤੇ ਪਾਇਆ ਹੋਇਆ ਕਿ ਕਰੋਨਾ ਨੇ ਸਾਨੂੰ ਦੱਸਿਆ, ਓਏ ਮੂਰਖੋ ਮਾਲਕ ਤੁਸੀਂ ਹੋ। ਕਿਵੇਂ? ਕੈਪਟਨ ਸਾਹਿਬ ਦੀ ਸਟੇਟਮੈਂਟ ਆਈ 1.5 ਮਹੀਨੇ ਦੇ ਲਾਕਡਾਊਨ ਦੇ ਵਿੱਚ ਕਿ ਸਾਡੇ ਕੋਲ ਤਨਖਾਹ ਨੂੰ ਪੈਸੇ ਹੈ ਨਹੀਂ। ਇਹਦਾ ਮਤਲਬ ਕੀ ਹੈ? 1.5 ਮਹੀਨਾ ਲਾਕਡਾਊਨ ਸੀ, ਇਹਦਾ ਮਤਲਬ ਸਭ ਕੁਝ ਬੰਦ ਹੋ ਗਿਆ। ਸੋ ਅਸੀਂ ਸੂਈ ਤੋਂ ਲੈ ਕੇ ਕੰਬਾਈਨ ਤੱਕ ਜੋ ਕੁਝ ਵੀ ਖਰੀਦਦੇ ਹਾਂ, ਚਾਹ ਪੱਤੀ ਜੋ ਲੈ ਕੇ ਆਉਂਦੇ ਅਸੀਂ, ਉਹ 'ਤੇ ਟੈਕਸ ਦਿੰਦੇ ਹਾਂ। ਇਹਨਾਂ ਤੱਕ ਘਰਾਟ ਨਹੀਂ ਚੱਲਦੇ, ਇਹਨਾਂ ਦੀ ਫੈਕਟਰੀਆਂ ਚੱਲਦੀਆਂ, ਲੋਕ ਦਿੰਦੇ ਆ, ਪਹਿਲਾਂ ਉਹਨਾਂ ਨੂੰ ਵੋਟ ਦੇ ਕੇ ਜਿਤਾਉਂਦੇ ਆ, ਤਾਕਤ ਦਿੰਦੇ ਆ, ਫਿਰ ਉਹਨਾਂ ਡਾਂਗਾ ਮਾਰਦੇ ਆ, ਪਰਵਾਹ ਨਹੀਂ ਕਰਦੇ, ਸਿਕਿਉਰਿਟੀ ਲੈ ਕੇ ਚੱਲਦੇ ਆ, ਪਹਿਲਾਂ ਮੰਜਾ ਲੈ ਕੇ ਬਹਿੰਦੇ ਨਾਲ, ਫਿਰ ਉਹਨੂੰ ਜਾਨ ਨੂੰ ਖਤਰਾ ਹੁੰਦਾ, ਅਤੇ ਉਦੋਂ ਬਾਅਦ ਦੇ ਵਿੱਚ ਟੈਕਸ ਲੈ ਕੇ ਤਨਖਾਹ ਦਿੰਦੇ ਆ। ਸੋ ਇੱਕ ਚਪੜਾਸੀ ਤੋਂ ਲੈ ਕੇ ਇੱਕ ਮੁੱਖ ਮੰਤਰੀ ਤੱਕ ਦੀ ਤਨਖਾਹ ਹੈ, ਉਹ ਆਪਾਂ ਦਿੰਦੇ ਹਾਂ ਸਾਰੇ। ਤੁਸੀਂ ਵੀ ਉਹ ਸ਼ਾਮਲ ਹੋ, ਮੈਂ ਵੀ ਤੇ ਇੱਕ ਮੰਗਤਾ ਵੀ। ਜਿੰਨਾ ਚਿਰ ਲੋਕਾਂ ਦੀ ਇਹ ਗੱਲ ਸਮਝ ਨਹੀਂ ਆਉਂਦੀ, ਫਿਰ ਮਾਲਕ ਕੌਣ ਹੈ? ਤਨਖਾਹ ਦੇਣ ਵਾਲਾ ਜਾਂ ਤਨਖਾਹ ਲੈਣ ਵਾਲਾ? ਪਬਲਿਕ ਸਰਵਿਸ ਕਮਿਸ਼ਨ ਸੇਵਾਦਾਰ ਹੈ, ਉਹ ਮਾਲਕ ਬਣੇ ਬੈਠੇ ਆ। ਤੁਸੀਂ ਆ ਹੁਣ ਡਾਂਗ ਵਰੂਗੀ ਤੁਹਾਡੇ DC ਦੇ ਦਫ਼ਤਰ ਜਾ ਕੇ ਵਿਖਾਓ, ਐਸਐਸਪੀ ਦਫ਼ਤਰ ਵੜੋ ਤੁਸੀਂ। ਜਿਹੜਾ ਆਮ ਬੰਦਾ ਹੈ ਉਹ ਤਾਂ ਡਰਦਾ ਵੈਸੇ ਨਹੀਂ ਜਾਂਦਾ, ਕਿੰਨੀ ਕੋਸ਼ਿਸ਼ ਕਰਕੇ ਨਾਲ ਸਿਫਾਰਸ਼ਾਂ ਲੈ ਕੇ ਜਾਂਦਾ ਉਹ ਵੀ ਮੈਂ ਅੰਦਰ ਵੜਦਾ, ਮੈਨੂੰ ਕੁੱਟਣ ਲੱਗ ਪੈਣ, ਸਿਪਾਹੀ ਨਹੀਂ ਮਾਣ। ਇਸ ਕਰਕੇ ਜਦੋਂ ਲੋਕਾਂ ਦੇ ਵਿੱਚ ਜਾਗਰੂਕਤਾ ਹੋਗੀ, ਕਨੈਕਟੀਵਿਟੀ ਹੋਗੀ, ਸੂਤਰਪਾਤ ਹੋ ਗਿਆ, ਉਹਨਾਂ ਨੂੰ ਅਹਿਸਾਸ ਹੋਊ, ਆਪਦੇ ਕੈਂਡੀਡੇਟ ਦੇਣਗੇ। ਇਮਾਨਦਾਰ ਲੋਕਾਂ ਨੂੰ ਪਤਾ ਹੁੰਦਾ, ਮੈਂ ਅਕਸਰ ਕਹਿੰਦਾ ਕਿ ਰੈਪੂਟੇਸ਼ਨ ਟਰੈਵਲਸ ਮਚ ਫਾਸਟਰ ਦੈਨ ਦੀ ਪਰਸਨ ਹਿਮਸੈਲਫ। ਤੁਹਾਡੇ ਅਫਸਰ ਹੋਣਾ ਦਾ ਪਹਿਲਾਂ ਪਤਾ ਲੱਗਦਾ ਵੀ ਬਹੁਤ ਬੇਈਮਾਨ ਬੰਦਾ ਬਈ, ਤਿਆਰ ਹੋ ਜਾਓ, ਠੀਕ ਹੈ, ਜਾਂ ਬਹੁਤ ਇਮਾਨਦਾਰ ਬੰਦਾ ਵੀ ਸਤਰਕ ਹੋ ਜਾਓ, ਪਹਿਲਾਂ ਹੁੰਦਾ। ਸੋ ਲੋਕਾਂ ਨੂੰ ਇਲਾਕੇ 'ਚ ਪਤਾ ਹੁੰਦਾ ਕਿ ਕਿਹੜਾ ਬੰਦਾ ਇਮਾਨਦਾਰ ਹੈ, ਕਿਹੜਾ ਗਲਤ ਹੈ। ਜੇ ਮੰਨ ਲਓ ਸਬੂਤ ਦੇ ਤੌਰ 'ਤੇ ਇੱਕ ਜਦੋਂ ਸਾਡੇ ਕੋਲ 10 ਬੰਦੇ ਆ ਗਏ, ਕਮੇਟੀ ਫੈਸਲਾ ਕਰੂਗੀ, ਉਹਨਾਂ 10 'ਚੋਂ ਅਸੀਂ ਮੈਰਿਟ ਵੇਖਣੀ ਹੈ ਕਿ ਆਹ ਬੰਦੇ ਦੇ ਮਗਰ ਜ਼ਿਆਦਾ ਇਹਨੇ ਬੰਦੇ ਨੇ ਕੰਮ ਕੀਤਾ, ਲੋਕ ਸੋਸ਼ਲ ਸਰਵਿਸ ਕਰ ਰਹੇ ਹੈ, ਸੇਵਾ ਕਰ ਰਹੇ ਹੈ, ਪਹਿਲਾਂ ਤੋਂ ਹੱਕਾਂ ਵਾਸਤੇ ਲੜ ਰਹੇ ਹੈ, ਉਹ 'ਚ ਬੰਦਿਆਂ ਨੂੰ ਇਕੱਠੇ ਕਰਕੇ, ਉਹ ਤਾਂ ਐਵੇਂ ਹੀ ਲੜ ਰਹੇ ਹੈ, ਬਿਨਾਂ ਕਿਸੇ ਹਥਿਆਰ ਤੋਂ ਹੀ ਲੜ ਰਹੇ ਆ, ਉਹਨਾਂ ਨੂੰ ਇਕੱਠੇ ਕਰਕੇ ਉਹ ਸਾਡੇ ਹੀਰੋਜ਼ ਹੈ। ਉਹ ਸਾਰੇ ਅਜਿਬ ਚੈਨਲਾਈਜ਼ ਕਰਨਾ, ਬਸ ਹੋਰ ਕੁਛ ਨਹੀਂ, ਇੱਕ ਸਿਸਟਮ ਬਣਾ ਕੇ ਦੇ ਦੇਣਾ, ਮੁੜ ਕੇ ਚਲਾਉਣ। ਸਾਡੇ ਕੋਲ ਟਾਈਮ ਨਹੀਂ, ਮੇਰੇ ਕੋਲੇ ਮੈਂ ਆਪਦੇ ਜੀਵਨ ਦਾ ਇਹ ਲਾਸਟ ਫੇਜ਼ ਹੈ। ਮੈਂ ਲੋਕਾਂ ਨੂੰ ਵੀ ਕਹਿੰਦਾ, ਬਜ਼ੁਰਗਾਂ ਨੂੰ ਵੀ ਕਹਿੰਦਾ, ਅਤੇ ਮੈਂ ਆਪ ਵੀ ਭਾਈ ਆਉਣ ਵਾਲੇ ਸਮੇਂ ਦੇ ਵਿੱਚ 2-3 ਫਿਲਮਾਂ ਜਿਹੀਆਂ ਬਣਾਉਣੀਆਂ, ਬਣਾ ਕੇ ਦਾੜੀ ਕੇ ਰੱਖ ਕੇ ਸਿਰਫ ਸਿਮਰਨ ਕਰਦਾ ਅਤੇ ਸਿਮਰਨ ਕਰਾਉਣਾ, ਆਹ ਮੇਰਾ ਮਕਸਦ ਹੈ। ਜਾਣ ਤੋਂ ਪਹਿਲਾਂ ਜਿਉਂਦੇ ਜੀ ਮੁਕਤ ਹੋ ਕੇ ਜਾਣਾ ਹੈ, ਕਿਉਂਕਿ ਮਰ ਕੇ ਕੋਈ ਨਹੀਂ ਮੁਕਤ ਹੁੰਦਾ। ਇਸ ਕਰਕੇ ਮੈਂ ਔਨ ਰਿਕਾਰਡ ਕਰਿਆ, ਸਾਡਾ ਕੋਈ ਇੰਟਰਸਟ ਨਹੀਂ ਕਿ ਮੈਂ MLA ਬਣਾ, ਮੰਤਰੀ ਬਣਾ, ਨਾ। ਸਿਰਫ ਸਾਡਾ ਪੰਜਾਬ ਵਸੇ, ਸਾਡੇ ਜਿਹੜੇ ਲੋਕ ਆ, ਮਿੱਟੀ ਦਾ ਸਾਡੇ ਸਿਰ 'ਤੇ ਕਰਜ਼ ਹੈ, ਉਹ ਲਾਉਣ ਦੀ ਕੋਸ਼ਿਸ਼ ਹੈ, ਹੋਰ ਕੁਛ ਵੀ ਨਹੀਂ। ਥੈਂਕ ਯੂ।
ਬਾਬਾ ਜੀ ਹੁਣ ਸਫ਼ਰ ਬਹੁਤ ਜ਼ਿੰਦਗੀ ਦਾ ਹੋ ਗਿਆ। ਤੁਸੀਂ ਅਕਸਰ ਕਹਿੰਦੇ ਹੁੰਦੇ ਸੀ ਭਾਈ ਸੇਵਾ ਲੈਣੀ ਹੈ ਗੁਰੂ ਘਰ ਨੇ ਤੇਥੋਂ, ਤੇ ਹੁਣ ਮੇਰੀ ਇਹ ਤਮੰਨਾ ਹੈ ਕਿ ਪੰਜ ਸਿੰਘ ਹੁਣ ਮੈਨੂੰ ਦਾਗ ਲਾ ਦੇਣ ਤੇ ਹੁਣ ਮੇਰਾ ਜੀਵਨ ਸਮਾਪਤ ਹੋ ਗਿਆ। ਜਾਂ ਜਿਉਂਦੇ ਜੀ ਮੈਨੂੰ ਆਪਣੇ ਚਰਨਾਂ ਦੀ ਸੇਵਾ, ਬਾਬਾ ਦੀਪ ਸਿੰਘ ਜੀ ਮਹਾਰਾਜ ਗੁਰੂ ਘਰ ਦੀ ਚਰਨਾਂ ਦੀ ਸੇਵਾ ਮੈਨੂੰ ਬਖਸ਼ ਦਿਓ। ਤੇ ਮੇਰੀ ਇਹ ਵੀ ਤਮੰਨਾ ਕਿ ਜਦ ਮੇਰੀ ਜਾਨ ਨਿਕਲੇ ਤੇ ਮੇਰਾ ਦਾਗ ਜਿਹੜਾ ਹੈ ਸਰੀਰ ਨੂੰ ਪੰਜ ਸਿੰਘ ਲਾਉਣ, ਮੇਰੀ ਰੂਹ ਇੱਥੇ ਰਹਿ ਜੇ। ਮੇਰੇ ਗੱਲ ਸਮਝ ਨਹੀਂ ਆਈ ਵੀ ਮੈਨੂੰ ਕੀ ਬਾਬਾ ਜੀ ਨੇ ਆਖਿਆ। ਮੈਂ ਹਾਂਜੀ ਠੀਕ ਹੈ ਜੀ, ਕਿਉਂਕਿ ਜਦ ਮਹਾਪੁਰਸ਼ ਬੋਲਦੇ ਹੋਣ ਉਹਨਾਂ ਦੀ ਗੱਲ ਨੂੰ ਹਮੇਸ਼ਾ ਸਿਰ ਨਿਵਾ ਕੇ ਅੱਛਾ ਜੀ ਹਾਂਜੀ ਮੈਂ ਇੱਥੇ ਬੈਠੇ ਬੈਠੇ ਹੋ ਗਿਆ। ਮੈਨੂੰ ਇੰਨੇ ਜੋਗਾ ਨਹੀਂ, ਮੈਂ ਤਾਂ ਗੁਰੂ ਘਰ ਦੀ ਜੁੱਤੀ ਦੀ ਮਿੱਟੀ ਦੇ ਬਰਾਬਰ ਵੀ ਨਹੀਂ। ਮੈਂ ਤਾਂ ਇੱਕ ਕੁੱਕਰ ਉਹਨਾਂ ਦਾ ਕੁੱਤਾ ਬੈਠਾ ਦੇਖੀ ਜਾਂਦਾ ਆਪਣੇ ਮਾਲਕ ਵੱਲ। ਮੈਨੂੰ ਵੀ ਕਦੇ ਫਿਰਦਾ ਸੀ ਯਾਰ ਮੇਰਾ ਠਾਕਰ ਦੇ ਦਿਓ, ਤੇ ਉਹਨੇ ਪੱਥਰ ਚੱਕ ਕੇ ਫੜਾਤਾ। ਇਸ ਅੰਦੋਲਨ ਤੋਂ ਪਹਿਲਾਂ ਮੈਂ ਅਕਸਰ ਉਸ ਗੁਰੂ ਘਰ ਤੋਂ ਜਾ ਕੇ ਥਾਪੜਾ ਲੈਣਾ ਹੁੰਦਾ। ਮੈਂ ਤਾਲਾ ਸਾਹਿਬ ਐਤਕੀ ਗਿਆ ਸੀ ਔਰ ਮੈਂ ਕਾਫੀ ਬਾਰੇ ਗੱਲ ਸੁਣਾਈ ਵੀ ਹੈ, ਪਰ ਤੁਸੀਂ ਬਜ਼ੁਰਗ ਸਾਹਿਬਾਨ ਬੈਠੇ ਹੋ। ਬੇਟਾ ਆਪ ਪੁੱਤ ਬੜੀ ਮੋਟੀ ਚਪੜੀ ਹੋਣੀ ਚਾਹੀਦੀ ਹੈ ਤੇ ਮੈਂ ਕਦੇ ਇਲੈਕਸ਼ਨ ਖੜਾ ਨਹੀਂ ਹੋਇਆ। ਹਾਂ, ਕਿਸਾਨਾਂ ਦੀ ਮਦਦ ਕਰਨ ਵਾਸਤੇ ਚੌਧਰੀ ਚਰਨ ਸਿੰਘ ਦੇ ਵੇਲੇ ਤੋਂ ਯੂਪੀ 'ਚ ਵੀ ਮਦਦ ਕਰਨ ਜਾਂਦਾ ਰਿਹਾ। ਇੱਕ VM ਸਿੰਘ ਕਿਸਾਨ ਨੇਤਾ ਹੈ, ਉਹ ਯੂਪੀ ਦੇ ਵਿੱਚ ਬਹੁਤ ਕਿਸਾਨਾਂ ਵਾਸਤੇ ਲੜਾਈ ਲੜੀ ਉਹਨਾਂ ਨੇ। 10-20 ਹਜ਼ਾਰ ਪੰਜਾਬੀ ਸਿਨੇਮਾ ਤੇ ਸੰਗੀਤ ਜਗਤ ਦੀ ਹੋਰ ਲੇਟੈਸਟ ਅਪਡੇਟਸ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ ਤੇ YouTube ਚੈਨਲ ਸਬਸਕ੍ਰਾਈਬ ਕਰੋ।